जो जियो जाने तिस अंतर रवै हर नाम बाणी गुरु गुरु है बाणी विच बाणी अमृत सारे गुर बाणी कहे सेवक जन मानै परतख गुरु निस्तारे बाणी बिरलो विचारसी जे को गुरमुख होए एह बाणी महापुरख की निज कर वासा होए तीरथ तप दया दत्त दान जे को पावे तिल का मान सुनिया मनिया मन कीता पाओ अंतर्गत तीरथ मल नाओ सब गुण तेरे मैं नाही कोय विण गुण कीते भगत न होए स्वस्थ आत बाणी बरमाओ सद सुहान सदा मन चाओ कवण सुवेला वखत कवण कवण थित कवण वार कवण से रुति महाकवण जित हुआ आकार वेल न पाया पंडिती जे होवे लेख पुराण वखत न पायो कादियां जे लिखण लेख कुरान थित वार ना जोगी जाने रुत महाना कोई जा करता
ਸਿਰਠੀ ਕੋ ਸਾਜੇ ਆਪੇ ਜਾਣੈ ਸੋਈ। ਕਿਵ ਕਰ ਆਖਾਂ ਕਿਵ ਸਲਾਹੀ ਕਿਉ ਵਰਣੀ ਕਿਵ ਜਾਣਾ। ਨਾਨਕ ਆਖਣ ਸਭ ਕੋ ਆਖੈ ਇਕ ਦੂ ਇਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਂ ਕਾ ਹੋਵੈ। ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋ ਹੈ। ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਂ ਕਾ ਹੋਵੈ। ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪਜੀ ਸਾਹਿਬ ਜੀ ਦੀ 21ਵੀਂ ਪੌੜੀ ਦਾ ਪਾਠ ਜੋ ਅੱਜ ਆਪ ਜੀ ਨੇ ਸਰਵਣ ਕੀਤਾ ਹੈ, ਇਸ ਦੀ ਵਿਚਾਰ ਭਾਈ ਜੀਵਾ ਸਿੰਘ ਜੀ ਦਮਦਮੀ ਟਕਸਾਲ ਚੌਂਕ ਮਹਿਤਾ ਆਪ ਜੀ ਨੂੰ ਸਰਵਣ ਕਰਵਾਉਣਗੇ। ਅੰਮ੍ਰਿਤ ਸੰਚਾਰ ਹਰ ਐਤਵਾਰ 11 ਵਜੇ ਹੁੰਦਾ ਹੈ। ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ 3 ਤਰੀਕ ਨੂੰ ਹੈ, ਜੋ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਰਕਾਬਗੰਜ ਸਾਹਿਬ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਅੰਦਰ ਬਹੁਤ ਸ਼ਰਧਾ ਸਤਿਕਾਰ ਦੇ ਨਾਲ ਮਨਾਇਆ ਜਾਵੇਗਾ। ਗੁਰੂ ਘਰ ਦੀ ਸੇਵਾ ਦੇ ਵਿੱਚ ਗੁਰੂ ਕੇ ਲੰਗਰਾਂ ਵਾਸਤੇ ਰਸਦ, ਕੜਾ ਪ੍ਰਸ਼ਾਦ ਦੀ ਦੇਗ ਵਾਸਤੇ ਦੇਸੀ ਘਿਓ, ਬਾਲਾ ਸਾਹਿਬ ਹਸਪੀਟਲ ਵਾਸਤੇ ਬੈੱਡ ਤੋਂ ਲੈ ਕੇ ਵੈਂਟੀਲੇਟਰ ਤੱਕ ਕੋਈ ਵੀ ਸੇਵਾ ਆਪ ਜੀ ਭੇਜ ਸਕਦੇ ਹੋ। ਵਲੰਟੀਅਰ ਸੇਵਾ ਦੇ ਵਿੱਚ ਆਪ ਜੀ ਜ਼ਰੂਰ ਸ਼ਾਮਲ ਹੋਵੋ। ਜਿੰਨੇ ਵੀਰ ਭੈਣ ਬੱਚੇ ਕਾਰਡ ਮੰਗ ਰਹੇ ਨੇ, ਮੇਰੀ ਸਭ ਨੂੰ ਬੇਨਤੀ ਹੈ, ਹਫ਼ਤੇ ਵਿੱਚ ਘੱਟ ਤੋਂ ਘੱਟ ਇੱਕ ਦਿਨ ਆ ਕੇ ਸੇਵਾ ਜ਼ਰੂਰ ਕਰਨੀ ਹੈ। ਇਹ ਵਲੰਟੀਅਰ ਕਾਰਡ ਹੈ, ਆਧਾਰ ਕਾਰਡ ਨਹੀਂ ਹੈ ਕਿ ਏਅਰਪੋਰਟ 'ਤੇ ਵੀ ਕੰਮ ਆਏਗਾ। ਇਹ ਸੇਵਾ ਦਾ ਕਾਰਡ ਹੈ, ਜ਼ਿੰਮੇਵਾਰੀ ਦਾ ਕਾਰਡ ਹੈ। ਆਓ ਸਾਰੇ ਰਲ ਮਿਲ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਦਰ ਦੀਆਂ ਖੁਸ਼ੀਆਂ ਬਖਸ਼ਿਸ਼ਾਂ ਆਪਣੀ ਝੋਲੀ ਵਿੱਚ ਪਵਾਈਏ। ਜਿੰਨੀ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਸੰਗਤ ਆਉਂਦੀ ਹੈ, ਇੱਥੇ ਕਈ ਸੈਂਕੜੇ ਸੇਵਾਦਾਰ ਹੋਣੇ ਚਾਹੀਦੇ ਨੇ, ਪਾਰਕਿੰਗ ਤੋਂ ਲੈ ਕੇ ਸਰੋਵਰ ਤੱਕ, ਦਰਬਾਰ ਦੇ ਵਿੱਚ ਵੀ।
ਤਾਂ ਕਿ ਆਪਾਂ ਸਾਰਿਆਂ ਨੂੰ ਮਰਿਆਦਾ ਦੇ ਪ੍ਰਤੀ ਸੁਚੇਤ ਕਰ ਸਕੀਏ, ਬੇਨਤੀ ਕਰ ਸਕੀਏ। ਜੋ 550 ਸਾਲਾਂ ਤੇ ਬਾਲਾ ਪ੍ਰੀਤਮ ਸਤਿਗੁਰੂ ਜੀ ਦੇ ਪਵਿੱਤਰ ਨਾਮ ਤੋਂ 550 ਬੱਚੇ ਫ੍ਰੀ ਪੜ੍ਹਾਉਣ ਦੀ ਸੇਵਾ ਆਰੰਭ ਹੋਈ ਹੈ, ਉਹਦੇ ਵਿੱਚ ਆਪਣਾ ਹਿੱਸਾ ਜ਼ਰੂਰ ਪਾਓ। ਵਿਦਿਆ ਮਨੁੱਖ ਦਾ ਤੀਸਰਾ ਨੇਤਰ ਹੈ ਔਰ ਇਹ ਐਸਾ ਖਜ਼ਾਨਾ ਹੈ ਜਿਹਨੂੰ ਨਾ ਕੋਈ ਖੋ ਸਕਦਾ, ਨਾ ਕੋਈ ਲੁੱਟ ਸਕਦਾ। ਅਗਲੇ ਸਮੇਂ ਵਾਸਤੇ ਭਾਈ ਜੀਵਾ ਸਿੰਘ ਜੀ ਪਾਸੋਂ ਗੁਰਬਾਣੀ ਵਿਚਾਰ ਸਰਵਣ ਕਰੀਏ। ਇੱਕ ਦਿਨ ਦਾ ਉਹਨਾਂ ਦਾ ਸਮਾਂ ਹੈ ਸਾਡੇ ਪਾਸ। ਪ੍ਰਬੰਧਕ ਸੇਵਾਦਾਰਾਂ ਵੱਲੋਂ ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬੇਸ਼ੁਮਾਰ ਅਥਾਹ ਅਗਣਤ ਅਤੁਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ। ਤੀਰਥ ਤਪ ਦਇਆ ਦਤ ਦਾਨ, ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ। ਬਾਲਾ ਪ੍ਰੀਤਮ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ, ਜਿਨ੍ਹਾਂ ਦੇ ਪਵਿੱਤਰ ਦਰ ਉੱਪਰ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ, ਆਓ ਬੜੇ ਪ੍ਰੇਮ ਦੇ ਨਾਲ ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਪਵਿੱਤਰ ਬਾਣੀ ਸ੍ਰੀ ਜਪਜੀ ਸਾਹਿਬ, ਜਿਸ ਦੀ ਵਿਆਖਿਆ ਆਪ ਸੰਗਤ ਕਿਰਪਾ ਕਰਕੇ ਕਰਵਾ ਰਹੇ ਹੋ, ਹਰ ਰੋਜ਼ ਲੜੀਵਾਰ ਕਥਾ ਚੱਲਦੀ ਹੈ। ਸਤਿਗੁਰੂ ਜੀ ਦੀ ਕਿਰਪਾ ਸਦਕਾ 21ਵੀਂ ਪੌੜੀ ਦੀ ਕਥਾ ਗੁਰਮਤਿ ਵਿਚਾਰ ਆਪ ਸੰਗਤ ਦੇ ਨਾਲ ਦਾਸ ਸਾਂਝ ਪਾਉਣ ਦਾ ਯਤਨ ਕਰੇ। ਰਸਨਾ ਕਰੀਏ ਪਵਿੱਤਰ, ਸਤਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ। ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਵਿੱਤਰ ਬਾਣੀ ਸ੍ਰੀ ਜਪਜੀ ਸਾਹਿਬ, ਇਸ ਦੀ ਬੜੀ ਡੂੰਘੀ ਵਿਆਖਿਆ ਹੈ ਤੇ ਅੰਦਾਜ਼ਾ ਇਹ ਹੈ ਕਿ ਪੰਥ ਦੇ ਵਿੱਚ ਤਕਰੀਬਨ ਇਹਦਾ 250 ਟੀਕਾ ਹੋ ਚੁੱਕਾ ਹੈ। ਇਸ ਜਪਜੀ ਸਾਹਿਬ ਦੀ ਵਿਆਖਿਆ ਉੱਤੇ ਕੋਈ 250 ਕਿਤਾਬਾਂ ਲਿਖੀਆਂ ਜਾ ਚੁੱਕੀਆਂ ਨੇ, ਪਰ ਇਸ
ਗੁਰਬਾਣੀ ਦਾ ਕੋਈ ਅੰਤ ਨਹੀਂ ਪਾ ਸਕਿਆ। ਵੱਡੇ ਵੱਡੇ ਪ੍ਰਸ਼ਨਾਂ ਦਾ ਇਸ ਬਾਣੀ ਦੇ ਵਿੱਚ ਜਵਾਬ ਦਿੱਤਾ ਗਿਆ ਹੈ, ਤੇ ਉਹ ਜਵਾਬ ਜਿਹੜਾ ਹੈ ਉਹ ਵਿਗਿਆਨਕ ਦ੍ਰਿਸ਼ਟੀ ਦੇ ਨਾਲ ਵੀ ਅੱਜ ਸਹੀ ਉਸ ਨੂੰ ਮੰਨਿਆ ਜਾਂਦਾ ਹੈ। ਪਿਛਲੀ ਪੌੜੀ ਤੋਂ ਕਥਾ ਵਿਚਾਰ ਸਿੱਧਾਂ ਦੇ ਨਾਲ ਧੰਨ ਗੁਰੂ ਨਾਨਕ ਦੇਵ ਸਾਹਿਬ ਦੀ ਚੱਲ ਰਹੀ ਸੀ। ਪੁੰਨੀ ਪਾਪੀ ਆਖਣ ਨਾ ਹੈ, ਵੀ ਪੁੰਨੀ ਤੇ ਪਾਪੀ ਸਿਰਫ ਇਹ ਗੱਲਾਂ ਹੀ ਨਹੀਂ ਆ, ਕਰ ਕਰ ਕਰਨਾ ਲਿਖ ਲੈ ਜਾਹੁ। ਸਰੀਰ ਇੱਕ ਖੇਤ ਹੈ, ਜਿਹੋ ਜੇ ਤੁਸੀਂ ਕੰਮ ਕਰਦੇ ਹੋ ਇਹ ਕੀ ਆ, ਬੀਜ ਬੀਜਦੇ ਹੋ ਤੇ ਉਹੋ ਜਿਹਾ ਫਲ ਜਿਹੜਾ ਹੈ ਉਹ ਪ੍ਰਾਪਤ ਹੋਵੇਗਾ। ਪਿੱਛੋਂ ਇਹ ਵਿਚਾਰ ਚੱਲਦੀ ਆ ਰਹੀ ਹੈ, ਤਾਂ ਅੱਗੇ ਫਿਰ ਸਿੱਧ ਸਵਾਲ ਕਰਦੇ ਨੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ। ਧਾਰਮਿਕ ਗ੍ਰੰਥਾਂ ਦੇ ਵਿੱਚ ਤੀਰਥਾਂ ਦਾ ਬੜਾ ਮਹਾਤਮ ਹੈ, ਤਪ ਕਰਨ ਦਾ ਬੜਾ ਵੱਡਾ ਫਲ ਹੈ, ਦਾਨ ਕਰਨ ਦਾ ਬੜਾ ਵੱਡਾ ਫਲ ਹੈ। ਆਪ ਜੀ ਦੀ ਇਹਨਾਂ ਬਾਰੇ ਕੀ ਵਿਚਾਰ ਹੈ? ਜਦੋਂ ਤੁਸੀਂ ਏਡੇ ਵੱਡੇ ਵੱਡੇ ਪ੍ਰਸ਼ਨਾਂ ਦੇ ਜਵਾਬ ਦੇ ਰਹੇ ਹੋ, ਜਿਹਨੂੰ ਸਾਰੇ ਹੀ ਸਹੀ ਮੰਨਦੇ ਨੇ, ਕਿਰਪਾ ਕਰਕੇ ਇਹਨਾਂ ਬਾਰੇ ਵੀ ਚਾਨਣਾ ਪਾਓ। ਤਾਂ ਇਸ ਗੱਲ ਦੀ ਵਿਆਖਿਆ ਕਰਨ ਤੋਂ ਪਹਿਲਾਂ ਵਿਦਵਾਨ ਦੋ ਗੱਲਾਂ ਕਰਦੇ ਨੇ, ਵੀ ਤੂੰ ਤੀਰਥ ਦੀ ਯਾਤਰਾ ਕਿਹੜੀ ਭਾਵਨਾ ਨਾਲ ਕਰਦਾ ਹੈ, ਤੂੰ ਦਾਨ ਕਿਹੜੀ ਇੱਛਾ ਨਾਲ ਕਰਦਾ ਹੈ। ਤੁਸੀਂ ਦੇਖਿਆ ਹੋਊਗਾ ਵੀ ਬਹੁਤੇ ਸੱਜਣ ਦਾਨ ਪੁੰਨ ਵਿਖਾਵੇ ਵਾਸਤੇ ਕਰਦੇ ਨੇ, ਤੇ ਗੁਰਦੁਆਰੇ ਸਾਹਿਬ ਜਿੱਥੇ ਦੁੱਧ ਵਰਗਾ ਚਿੱਟਾ ਪੱਥਰ ਲਾ ਕੇ ਸੇਵਾ ਮਾਣ ਮਹਿਸੂਸ ਕਰਦੇ ਨੇ, ਉੱਥੇ ਨਾਲ ਹੀ ਕਾਲੇ ਰੰਗ ਦੇ ਵਿੱਚ ਆਪਣਾ ਨਾਮ ਲਿਖਾ ਕੇ ਇਹ ਵੀ ਦੱਸਦੇ ਨੇ ਕਿ ਮੈਂ ਕਰਵਾਈ ਹੈ। ਜੇ ਤੇ ਕਾਮਨਾ ਦੇ ਸਹਿਤ ਇਹ ਸਾਧਨ ਕੀਤੇ ਜਾਣ ਤਾਂ ਇਹਨਾਂ ਦਾ ਬਹੁਤਾ ਫਲ ਤਾਂ ਨਹੀਂ ਪ੍ਰਾਪਤ ਹੁੰਦਾ। ਤਿਲਕ ਮਾਨ, ਤਿਲਕ ਜਿੰਨਾ ਮੰਨ ਲਓ। ਹੁਣ ਤਿਲ ਕਿੱਡਾ ਕੁ ਹੁੰਦਾ ਹੈ ਕਿਤੇ। ਤੀਰਥਾਂ ਦਾ ਯਾਤਰਾ ਕਰਨੀ, ਇਸ਼ਨਾਨ ਕਰਨਾ, ਤਪ ਕਰਨਾ, ਦਇਆ ਧਾਰ ਕੇ ਦਾਨ ਨੂੰ ਦੱਤ ਦੇਣਾ, ਇਹਦਾ ਤਿਲਕ ਮਾਤਰ ਫਲ ਜਿਹੜਾ ਹੈ ਉਹ ਪ੍ਰਾਪਤ ਹੁੰਦਾ ਹੈ। ਜੇ ਤੁਸੀਂ ਬਹੁਤਾ ਕਹੋ ਤਾਂ ਇੰਨਾ ਕਹਿ ਵੀ ਤਿਲ ਦਾ ਮਾਣ ਮਿਲ ਜੂਗਾ। ਆਪਾਂ ਮਣ ਕਹਿ ਦਿੰਦੇ ਨਾ, ਮਣ ਥੋੜਾ ਵੱਧ ਮਿਲ ਜਾਵੇਗਾ, ਪਰ ਸਦੀਵੀ ਨਹੀਂ, ਕਿਉਂਕਿ ਗੁਰਬਾਣੀ ਅਨੁਸਾਰ ਤੀਰਥ ਪੂਰਾ ਸਤਿਗੁਰੂ, ਗੁਰਬਾਣੀ ਅਨੁਸਾਰ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਡਾਕਟਰ ਭਾਈ ਵੀਰ ਸਿੰਘ ਜੀ ਤਾਂ ਇੱਥੋਂ ਤੱਕ ਲਿਖਦੇ ਨੇ ਵੀ ਗੁਰੂ ਘਰ ਦੇ ਵਿੱਚ ਨਾਮ ਦੀ ਮਹਿਮਾ ਹੈ।
ਪਰ ਨਾਮ ਵੀ ਜੇ ਤੁਸੀਂ ਕਾਮਨਾ ਰੱਖ ਕੇ ਜਪਦੇ ਹੋ ਵੀ ਮੈਨੂੰ ਵਡਿਆਈ ਮਿਲੇ, ਮੈਨੂੰ ਧਨ ਪਦਾਰਥ ਮਿਲੇ, ਤੇ ਨਾਮ ਵੀ ਹਿਰਦਾ ਸ਼ੁੱਧ ਨਹੀਂ ਕਰਦਾ। ਕਿਉਂ? ਨਾਮ ਦੇ ਪਿੱਛੇ ਭਾਵਨਾ ਉਹੀ ਮੈਲ ਦੀ ਭਰੀ ਹੈ, ਉਹੀ ਸੰਸਾਰ ਦੀਆਂ ਵਸਤੂਆਂ ਦੀ ਇੱਛਾ ਹੈ। ਨਾਮ ਜਪਿਆ ਉਹਨਾਂ ਦਾ ਸਫਲ ਹੁੰਦਾ ਹੈ ਜਿਹੜੇ ਸਿਰਫ ਇੱਕ ਹੀ ਭਾਵਨਾ ਲੈ ਕੇ ਜਪਣ, ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ। ਭਾਵੇਂ ਸਾਰੀ ਉਮਰ ਨਾਮ ਜਪੇ, ਪਰ ਪਿੱਛੇ ਇਹਦੀ ਇੱਛਾ ਕੀ ਹੈ, ਕਾਮਨਾ ਕੀ ਹੈ, ਉਧਰ ਨੂੰ ਨਾਮ ਜਿਹੜਾ ਹੈ ਆਪਣਾ ਫਲ ਦੇਣ ਲੱਗ ਪੈਂਦਾ। ਨਾਮ ਜਪਦਿਆਂ ਜਿਹੜੀ ਚੀਜ਼ ਬਾਰੇ ਬਹੁਤਾ ਸੋਚਿਆ ਜਾਵੇ, ਉਧਰ ਨੂੰ ਹੀ ਨਾਮ ਦਾ ਫਲ ਚੱਲ ਪੈਂਦਾ ਹੈ। ਇਹੀ ਧਾਰਮਿਕ ਕਰਮ ਵਿਖਾਵਾ ਛੱਡ ਕੇ, ਪਖੰਡ ਛੱਡ ਕੇ ਕੀਤੇ ਜਾਣ, ਇਹਨਾਂ ਦਾ ਫਲ ਇਹ ਵੀ ਹੁੰਦਾ ਹੈ ਵੀ ਹਿਰਦਾ ਸ਼ੁੱਧ ਹੋ ਜਾਂਦਾ ਹੈ। ਹੁਣ ਗੁਰੂ ਘਰ ਦੇ ਵਿੱਚ ਕੋਈ ਆਪਣਾ ਦਸਵੰਧ ਲਾਉਂਦਾ ਹੈ ਤੇ ਉਹਦੀ ਭਾਵਨਾ ਕੀ ਹੋਵੇ ਵੀ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ। ਹੁਣ ਦਸਵੰਧ ਸਿੱਖ ਨਹੀਂ ਕੱਢਦੇ, ਕੀ ਸਿੱਖ ਸੇਵਾ ਨਹੀਂ ਕਰਦੇ? ਕੀ ਸਿੱਖ ਕਰੋੜਾਂ ਰੁਪਈਆ ਗੁਰੂ ਸਾਹਿਬ ਦੇ ਅੱਗੇ ਚੜਾਉਂਦੇ ਨਹੀਂ? ਪਰ ਪਿੱਛੇ ਭਾਵ ਕੀ ਹੈ, ਇਹ ਮਾਇਨੇ ਰੱਖਦਾ ਹੈ। ਜਦੋਂ ਅਸੀਂ ਆਪਣੇ ਆਪ ਨੂੰ ਕੁਝ ਸਮਝਣ ਲੱਗ ਪੈਂਦੇ ਹਾਂ, ਜਦੋਂ ਸਾਨੂੰ ਹਉਮੈ ਆ ਜਾਂਦੀ ਹੈ, ਹੰਕਾਰ ਆ ਜਾਂਦਾ ਹੈ, ਤਾਂ ਜਿਵੇਂ ਕੁਆਂਟਲਾਂ ਲੀਟਰ ਦੁੱਧ ਹੋਵੇ, ਮਾੜੀ ਜੀ ਵਿੱਚ ਖਟਿਆਈ ਪੈ ਗਈ ਨਾ, ਸਾਰਾ ਹੀ ਖਰਾਬ ਹੋ ਜਾਂਦਾ ਹੈ। ਸਤਿਗੁਰੂ ਕਹਿੰਦੇ ਜਦੋਂ ਤੈਨੂੰ ਹਉਮੈ ਆ ਗਈ, ਹੰਕਾਰ ਆ ਗਿਆ, ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੇ ਗੁਮਾਨ। ਇਹਦੀ ਵਿਆਖਿਆ ਗੁਰਬਾਣੀ ਆਪ ਕਰਦੀ ਹੈ। ਦਾਸ ਨੇ ਕੀ ਕਰਨੀ, ਗੁਰੂ ਸਾਹਿਬ ਆਪ ਕਰਦੇ। ਇਹਦੀ ਵਿਆਖਿਆ ਧੰਨ ਗੁਰੂ ਤੇਗ ਬਹਾਦਰ ਸਾਹਿਬ ਆਪ ਕਰਦੇ ਪਏ, ਹੋਰ ਕਿਸੇ ਨੂੰ ਪੁੱਛਣ ਦੀ ਕੀ ਲੋੜ ਪਈ। ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੇ ਗੁਮਾਨ, ਨਾਨਕ ਨਿਹਪਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਹਾਥੀ ਨੇ ਇਸ਼ਨਾਨ ਕੀਤਾ, ਮਿਹਨਤ ਕੀਤੀ, ਪਾਣੀ ਨਾਲ ਆਪਣੇ ਆਪ ਨੂੰ ਧੋਤਾ, ਪਰ ਇੱਕ ਸੁਭਾਅ ਹੈ ਕਿ ਦਰਿਆ ਦੇ ਵਿੱਚ ਨਹਾਉਣ ਤੋਂ ਬਾਅਦ, ਨਦੀ ਵਿੱਚ ਨਹਾਉਣ ਤੋਂ ਬਾਅਦ ਚੁੱਕ ਕੇ ਮਿੱਟੀ ਜ਼ਰੂਰ ਆਪਣੇ ਤੇ ਪਾਉਂਦਾ। ਸ਼ੁਭ ਕਰਮ ਕੋਈ ਵੀ ਹੈ, ਜਦੋਂ ਉਹਦੇ ਵਿੱਚ ਭਾਵਨਾ ਦੁਨਿਆਵੀ ਹੈ ਜਾਂ ਹਉਮੈ ਆ ਗਈ ਤਾਂ ਸਭ ਵਿਅਰਥ ਚਲਿਆ ਜਾਂਦਾ ਹੈ। ਨਿਚੋੜ ਕੀ ਹੈ ਕਿ ਹੰਕਾਰ ਨਾ ਕਰੇ, ਸ਼ੁੱਧ ਭਾਵਨਾ ਰੱਖੇ ਕਿ ਮੇਰੀ ਕੋਈ ਹਸਤੀ ਨਹੀਂ ਵੀ ਮੈਂ ਗੁਰਦੁਆਰੇ ਕੁਝ ਦਿੰਨਾ ਵਾਂ, ਮੇਰੀ ਕੋਈ ਹਸਤੀ ਨਹੀਂ ਵੀ ਮੈਂ ਲੰਗਰ ਵਾਸਤੇ ਕੋਈ ਆਪਣੀ ਕਮਾਈ ਚੋਂ ਦਿੰਨਾ ਹੈ। ਇਹ ਵੀ ਵਾਹਿਗੁਰੂ ਦੀ ਕਿਰਪਾ ਹੋਵੇ ਤੇ ਦਿੱਤਾ ਜਾਂਦਾ ਹੈ। ਹੁਣ ਪੈਸਾ ਤੇ ਬੜਾ ਹੈ ਦੁਨੀਆ ਪਾਸ, ਪਰ ਹਰ ਬੰਦਾ ਸੇਵਾ ਨਹੀਂ ਕਰ ਸਕਦਾ। ਸੇਵਾ ਕਰਨ ਵਾਸਤੇ ਜਿਹੜਾ ਹਿਰਦਾ ਹੈ ਉਹ ਕਿਸੇ ਵਿਰਲੇ ਨੂੰ ਹੀ ਗੁਰੂ ਦਿੰਦਾ ਹੈ। ਮਾਇਆ ਦੇ ਦਿੰਦਾ ਹੈ ਸਾਰਿਆਂ ਨੂੰ, ਪਰ ਸੇਵਾ ਉਹ ਕਿਸੇ ਵਿਰਲੇ ਨੂੰ ਦਿੰਦਾ ਹੈ। ਘਰ ਦਿੰਦਾ ਹੈ,
जो मंगोगे मिलेगा, नाम शौहरत जो भी मंगोगे मिलेगा, पर नाम जपना वो किसी विरले ਨੂੰ ही दिंदा ਜਿਹਦੇ ਤੇ ਉਹਦੀ ਬਹੁਤੀ ਪ੍ਰਸੰਨਤਾ ਹੋਵੇ, ਬਹੁਤੀ ਕਿਰਪਾ ਹੋਵੇ। ਇਹ ਭਾਵ ਰੱਖਣਾ ਕਿ ਮੇਰੇ ਤੋਂ ਗੁਰੂ ਸਾਹਿਬ ਸੇਵਾ ਕਰਵਾਉਂਦੇ ਨੇ, ਫਿਰ ਤਾਂ ਠੀਕ ਹੈ ਵੀ ਆਪ ਜਪਾਏ ਜਪੈ ਸੋ ਨਾਉ, ਆਪ ਗਾਵਾਏ ਸੋ ਹਰ ਗੁਣ ਗਾਓ। सतगुर की सेवा सफल है जे को करे चित लाए, मन चिंदिया फल पावना हौमै विचों जाए। सेवा नाल ते हौमै कट्टी जाती है, ते ये थोड़ा बहुता महाराज दे अगे चढ़ा के ते हंकार दी पंड चुकी फिरदा है। की मिलेगा इनू? तीर्थ ते थोड़ी जाते ने, ये तो पार्टी करन जाते ने, ये तो रंग रलियां मनाउण जाते हैं, गड्डियां च गंदे गीत लाए होंदे ने। इन्हां दर्शन की भावना नहीं, भावना बड़ी हो रही है जिहदा फल बहुता नहीं किसी नूं मिलेगा। नाले तीर्थादक साधन सब अंतरंग साधन ने। इस गल नूं समझण वास्ते दो चीज़ां समझणियां पैणगियां, तीर ते कमान। कमान की है? दूर दा साधन। तीर की है? असली साधन जिन्हें निशाने ते वजना है। दूर दे साधन ये सीधा वाहिगुरू की प्राप्ति नहीं कराउंदे। इन्हां पिछे जे भावना शुद्ध होवे, निकामी होवे, सेवा करत होए निहकामी, तिसको प्राप्त होत स्वामी। जिवें कालीदास जी बड़े वड्डे विद्वान होए ना, हौमे आ गई, वाहिगुरू ने रचना रचाई, प्यास लगी, खूह दे कंढे ते बीबियां पानी भरदियां ने, ते जाके कहंदा माता पानी ते पिया। माता कहन लगी वत्स पानी ते तेनू पिया दूंगी, पहला दस ते सही तू कौन है, कित्थों दा है, कित्थों आया, कित्थे जाना। कालीदास जी ने सोचा मैनू जानदी नहीं, एडा वड्डा मैं विद्वान होवां, ये मैनू नहीं जानती मैं कौन हाँ। उन्हें घुमा के जवाब दिता माता मैं राही। वो कहती नहीं तू राही नहीं आ, राही दो ही ने, एक चंद ते सूरज, तू कौन आ दोवां चों? जिहड़े हमेशा वाहिगुरू दे भै विच चलदे ने, भै विच पवन वहै सदवाओ, भै विच चलै लख दरियाओ। थोड़ा जिहा जोर पिया बुद्धि उत्ते भी ये माता आम नहीं जापदी, पर फिर सोचा भी कई बारी सत संगत कीता हुंदा है, कथा सुनी हुंदी है, फिर मोड़ के जवाब दिता माता मैं प्राहुणा। माता कहन लगी तू झूठ बोलदा, तू ते प्राहुणा भी नहीं। प्राहुणे दो ही आ जी, धन ते जवानी, जिन्ना मर्जी जोर ला ला नहीं रहना तेरे पास, जिन्ना मर्जी गुरु की रहत तो बेमुख हो जा, इन्हें जाना ही जाना है। धन ते जवानी, तुसी किते लक्ष्मी माता की मूर्ति वेखो, वो खड़ी हुंदी हमेशा, उहदे पास टाइम ही नहीं है तुहाडे पास बहन का। वो कहती मैं बहुता चिर तेरे तो रहना ही नहीं। लक्ष्मी की मूर्ति हमेशा माता की खड़ी दी बनती, सरस्वती माता की मूर्ति हमेशा बैठी दी बनती है। विद्या बाणी ये तो सुनिया होगा भी करोड़पति कखपति हो गया, तो कखपति करोड़पति हो गया, ये चलता रहिंदा है।
क्यों लक्ष्मी खलोती रहिंदी, इन्हें बहना नहीं तेरे कोले। ये नहीं सुनिया होगा भी कोई ज्ञानवान सी ते वो अज्ञानी हो गया, कोई ब्रह्म ज्ञानी सी वो अज्ञानी हो गया। सब कुछ चलिया जाऊगा पर विद्या थोड़ी जाएगी। मकान विक जाएगा, कपड़े विक जाएंगे, पैसा चलिया जाऊगा कि विद्या भी चले जाएगी। ਉਹਦੀ मूर्ति हमेशा माता दी बैठी दी हुंदी, भाव ये छेती किसी कोले विद्या आउंदी नहीं, जे आ जे ते फिर जाती नहीं। जिन्ना पास कुछ भी नहीं हुंदा वो इस बाणी ब्रह्म विद्या करके अज उन्हां दे महल पै गए ने। तां इहदे पिछे कुछ भाव है। दो ही प्राहुणे ने, धन ते जवानी। तू कौन आ दोवां चों? सतगुरु कहंदे धन जो बने अर फुੱਲੜਾ, नाठी अड़े दिन चार। ये बहुता चिर नहीं रहना तेरे तो, पैसे ने जाना ही जाना है। इनू कोई नहीं रख सकता अपने कोले, इहदा सुभाव ही इस तरह का है, इन्हें नहीं रहना तेरे पास। तू इहदा लाभ लै, जिथे अपना परिवार पाल उथे नाल नाल कुछ सेवा कर, जिस करके तेरा जीवन सफला होवे। कालीदास जी दे पैरां थल्लों जमीन निकल गई भी ये कौन आ, मेरी हर गल ही कट दिंदी है। इन्हें दिमाग ते जोर दे के आख्या माता मैं सहनशील। कहन लगी वेख्या तू फिर झूठ बोलिया, तू सहनशील भी नहीं। सहनशील दुनिया च दो ही ने, एक धरती ते दूजा रुख। तू दोवां चों कौन आ? पैरां थल्लों जमीन निकल गई, ये कित्थे फस गए। पर विद्वान बंदा हार नहीं ना मानता। जिवें कच्ची लस्सी जिन्नी मर्जी बनाई जाओ, पानी पा के इन्हें गांह तो गांह कुछ ना कुछ सिर फसाई जाना, भावें झूठा भी होवे। कहन लगा माता मैं जिद्दी। सवाल जवाब शुरू हो गए। कहंदे तू फिर सोच के बोल, तू झूठ बोलदा, तू जिद्दी वधी। जिद्दी दुनिया विच दो ही ने, एक नौ ते दूजी सस। तू कौन आ दोवां चों? ये भी नहीं। कालीदास जी ने फोकी निमरता विखाई, भी हुण भज्जण च ही फायदा है ते झुक जाओ। कहन लगा माता मैं सिरे दा मूर्ख, भी हुण ये खुश हो जूगी। कहंदी तू मूर्ख भी नहीं। मूर्ख दा भी कुछ स्टैंडर्ड होंदा है, तू मूर्ख भी नहीं। मूर्ख दे भी कुछ लक्षण होंदे ने, तू वो भी नहीं। कहन लगा फिर मूर्ख कौन है? कहंदी दो ही ने। एक वो राजा जिन्हों अकल तो नहीं राज करन दी पर मिल गया, दूसरे वो मंत्री, वो संतरी, वो वजीर जिहड़े अपने राजे दी हर गलती नूं सही साबित करते, दलीलां दिंदे, तर्क दिंदे आ। तू दोवां चों कौन है? अखीर पैरीं पै गया। क्यों मारदी आ मैनू? पानी पीण दे। कहंदी पहिलां दस तू कौन है? कहंदा मैं कुछ भी नहीं। कहंदी आ गया टकाने फिर। बस यह गल चेते रखी, तू कुछ भी नहीं। तू विद्या पढ़ के अपने आप नूं सब कुछ समझी जाना। माण किहदा है? विद्या दा। अज सिखां च कई प्रचारक ने ना, जिन्हां नूं पहिलां कोई भी नहीं सी जाणदा, ते वडियाई किहदे करके मिले? बाणी करके, बाणे करके। ते ये वहम पाली बैठे ने भी शायद मेरी चढ़ाई आ, मैनू लोग सुनते ने। जे तेरे कोले बाणी बाणा ना हुंदा, तैनूं किसी ने पुछना तक नहीं सी।
ਤੈਨੂੰ ਕਿਸੇ ਨੇ ਲਾਗੇ ਤੱਕ ਨਹੀਂ ਸੀ ਆਉਣ ਦੇਣਾ ਮਹਾਰਾਜ ਦੇ। ਤਾਂ ਪਿੱਛੇ ਜਿਹੜੀ ਹਉਮੈ ਆ ਨਾ ਵੀ ਮੈਂ ਕੁਝ ਹਾਂ, ਮਹਾਰਾਜ ਕਹਿੰਦੇ ਇਹਦੇ ਕਰਕੇ ਭਾਵੇਂ ਤੂੰ ਤੀਰਥ ਕਰੀ ਜਾ, ਭਾਵੇਂ ਤੂੰ ਤਪ ਕਰੀ ਜਾ, ਭਾਵੇਂ ਤੂੰ ਦਾਨ ਕਰੀ ਜਾ, ਕੁਝ ਨਹੀਂ ਮਿਲਣਾ, ਤਿਲ ਮਾਤਰ ਹੀ ਹੈ। ਤੇ ਗੁਰਬਾਣੀ ਨੇ ਤੀਰਥਾਂ ਤੋਂ ਵੀ ਵੱਡਾ ਸਾਧਨ ਨਾਮ ਮੰਨਿਆ ਹੈ। ਤੀਰਥ ਨਾਵਾਂ ਜੇ ਤਿਸ ਭਾਵਾ, ਵਿਣ ਭਾਣੇ ਕੇ ਨਹਾਏ ਕਰੀ। ਤੀਰਥ ਦੇ ਨਾਲ ਸਰੀਰ ਦਾ ਇਸ਼ਨਾਨ ਤੇ ਹੁੰਦਾ ਹੈ, ਪਰ ਮਨ ਦਾ ਨਹੀਂ। ਮਾੜੇ ਕਰਮ ਕਿਹਦੇ ਵਿੱਚ ਨੇ? ਮਨ ਦੇ ਵਿੱਚ। ਤੇ ਮਨ ਨੂੰ ਸ਼ੁੱਧ ਕੌਣ ਕਰਦਾ ਹੈ? ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤੇ ਉਤਰ ਸੋਖੇ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ। ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ, ਨਾਮ ਜਪਣ ਤੋਂ ਬਿਨਾ ਤੇਰੀ ਮੈਲ ਲਹਿੜੀ ਨਹੀਂ। ਹਿਰਦਾ ਸ਼ੁੱਧ ਨਹੀਂ ਹੋਣਾ ਹੈ। ਹਾਂ, ਇਸ਼ਨਾਨ ਦਾ ਇੰਨਾ ਕੁ ਫਲ ਹੈ ਕਿ ਸਰੀਰ ਸਵਸਥ ਰਹਿੰਦਾ ਹੈ, ਸਰੀਰ ਤੰਦਰੁਸਤ ਰਹਿੰਦਾ ਹੈ, ਬਿਮਾਰੀ ਤੋਂ ਬਚਿਆ ਰਹਿੰਦਾ ਹੈ, ਆਲਸ ਤੋਂ ਰਹਿਤ ਰਹਿੰਦਾ ਹੈ। ਪਰ ਜੇ ਕੋਈ ਆਪਣਾ ਸਰੀਰ ਧੋ ਕੇ ਸਮਝੇ ਵੀ ਮੈਂ ਮਨ ਧੋ ਲਿਆ, ਤਾਂ ਮਹਾਰਾਜ ਕਹਿੰਦੇ ਮਨ ਤੇ ਸਿਰਫ ਬਾਣੀ ਨਾਲ ਹੀ ਧੋਪਣਾ ਹੈ, ਹੋਰ ਕਿਸੇ ਨਾਲ ਨਹੀਂ। ਤਾਂ ਇਹਨਾਂ ਦਾ ਫਲ ਤਿਲਕ ਜਾਣ ਵਾਲਾ ਹੈ, ਰਹਿਣਾ ਨਹੀਂ ਹਮੇਸ਼ਾ ਕਿਸੇ ਕੋਲੇ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਹਾਓ। ਫਿਰ ਮਹਾਰਾਜ ਮਨ ਕਿੱਦਾਂ ਪਵਿੱਤਰ ਹੋਵੇ, ਵਾਹਿਗੁਰੂ ਦੀ ਕਿੱਦਾਂ ਪ੍ਰਾਪਤੀ ਹੋਵੇ? ਤਾਂ ਸਤਿਗੁਰੂ ਕਹਿੰਦੇ ਗੁਰੂ ਦਾ ਉਪਦੇਸ਼ ਸੁਣੇ, ਫਿਰ ਉਹਨੂੰ ਮੰਨੇ। ਸੁਣ ਕੇ ਮੰਨਣਾ ਭਾਵ ਉੱਤੇ ਯਕੀਨ ਕਰੇ, ਉੱਤੇ ਵਿਸ਼ਵਾਸ ਲਿਆਵੇ, ਤੇ ਫਿਰ ਉਹਦੀ ਕਮਾਈ ਕਰੇ। ਹੁਣ ਆਪਣੀ ਗਲਤੀ ਕਿੱਥੇ ਹੁੰਦੀ ਹੈ? ਅਸੀਂ ਸੁਣਦੇ ਵੀ ਹਾਂ ਤੇ ਸਮਝਦੇ ਵੀ ਹਾਂ, ਮੰਨਦੇ ਵੀ ਹਾਂ ਵੀ ਜੋ ਗੱਲਬਾਤ ਹੋ ਰਹੀ ਸਮਝ ਪੈ ਰਹੀ ਕਿ ਨਹੀਂ। ਇਹ ਸਮਝ ਵੀ ਪੈਂਦੀ ਤੇ ਫਿਰ ਅਸਰ ਕਿਉਂ ਨਹੀਂ ਹੁੰਦਾ? ਤਾਂ ਸਮਝਣ ਤੋਂ ਬਾਅਦ ਉਹਦੀ ਕਮਾਈ ਨਹੀਂ ਕਰਦੇ। ਜਿਵੇਂ ਗੁਰਬਾਣੀ ਕਹਿੰਦੀ ਆ ਨਾ, ਰੱਬ ਨੂੰ ਮੰਨਣ ਤੋਂ ਪਹਿਲਾਂ ਤੂੰ ਮੌਤ ਨੂੰ ਮੰਨ। ਰੱਬ ਨੂੰ ਮੰਨਣ ਤੋਂ ਪਹਿਲਾਂ ਤੂੰ ਮੌਤ ਨੂੰ ਮੰਨ। ਗਿਆਨ ਕਿਹਨੂੰ ਕਹਿੰਦੇ ਨੇ? ਵੀ ਵਾਹਿਗੁਰੂ ਸੱਚਾ ਤੇ ਸੰਸਾਰ ਝੂਠਾ, ਇਹਨੂੰ ਗਿਆਨ ਕਹਿੰਦੇ। ਸਤ ਚਿਤ ਆਨੰਦ ਆਤਮਾ ਜਗ ਤਾਤੇ ਪ੍ਰਤੀਕੂਲ, ਐਸੋ ਸਾਧਨ ਵਿਵੇਕ ਹੈ ਸਭ ਸਾਧਨ ਕੋ ਮੂਲ। ਰੱਬ ਸੱਚਾ ਹੈ, ਆਤਮਾ ਸੱਚੀ, ਸੰਸਾਰ ਝੂਠਾ ਹੈ। ਕੀ ਤੂੰ ਮੰਨਦਾ ਇਸ ਗੱਲ ਨੂੰ? ਸਮਝਦਾ ਤੇ ਤੂੰ ਹੈ ਹੀ ਵੀ ਮੌਤ ਸੱਚੀ ਹੈ। ਜਦੋਂ ਅਸੀਂ ਮੰਨ ਲੈਂਦੇ ਹਾਂ ਨਾ, ਸੁਣਨ ਤੋਂ ਬਾਅਦ ਵਿਸ਼ਵਾਸ ਲੈ ਆਉਂਦੇ, ਫਿਰ ਕਮਾਈ ਆਪਣੇ ਆਪ ਹੁੰਦੀ ਹੈ। ਹੁਣ ਕਿਸੇ ਸੱਜਣ ਨੇ ਨਾ, ਹੁਣ ਬਾਹਰਲੇ ਬੱਚੇ ਵਿਦੇਸ਼ਾਂ ਦੇ ਵਿੱਚ ਬੜੇ ਸਿਆਣੇ ਨੇ, ਉਹਨਾਂ ਆਪਣੇ ਮਾਤਾ ਪਿਤਾ ਨੂੰ ਆਖਿਆ ਵੀ ਕਿੰਨਾ ਚਿਰ ਹੋ ਗਿਆ ਗੁਰਦੁਆਰੇ ਜਾਂਦਿਆਂ ਨੂੰ? ਉਹ ਕਹਿੰਦੇ ਸੁੱਖ ਨਾਲ 15 ਸਾਲ। ਤੇ ਬੱਚਿਆਂ ਨੇ, ਮਾਂ ਪਿਓ ਨੇ ਸੋਚਿਆ ਵੀ ਬੱਚੇ ਬੜੇ ਖੁਸ਼ ਹੋਣਗੇ ਵੀ ਕਿੰਨਾ ਚਿਰ ਹੋ ਗਿਆ ਤੈਨੂੰ ਗੁਰਦੁਆਰੇ ਬਹਿੰਦੇ ਨੂੰ? ਕਹਿੰਦਾ ਸੁੱਖ ਨਾਲ 15 ਸਾਲ। ਮਾਂ ਪਿਓ ਸੋਚਿਆ ਬੱਚੇ ਬਹੁਤ ਖੁਸ਼ ਹੋ ਕੇ ਦੱਸ ਰਹੇ। ਅੱਗੇ ਉਹਨਾਂ ਸਵਾਲ ਕੀਤਾ, ਫਿਰ ਪਿਤਾ ਜੀ ਤੁਹਾਡੇ 'ਚ ਬਦਲਾਅ ਕਿਉਂ ਨਹੀਂ ਆਇਆ? ਤੇਰਾ ਸੁਭਾਅ ਕਿਉਂ ਨਹੀਂ ਚੇਂਜ ਹੋਇਆ? ਤਾਂ ਝੂਠੇ ਪੈ ਗਏ। 15 ਸਾਲ ਹੋ ਗਏ ਗੁਰਦੁਆਰੇ ਜਾਂਦੇ ਨੂੰ, ਗਾਲਾਂ ਤੂੰ ਫੇਰ ਕੱਢਦਾ।
15 ਸਾਲ ਹੋ ਗਏ ਤੈਨੂੰ ਗੁਰਦੁਆਰੇ ਜਾਂਦੇ ਨੂੰ, ਝੂਠ ਤੂੰ ਫੇਰ ਬੋਲਦਾ। 15 ਸਾਲ ਹੋ ਗਏ ਤੈਨੂੰ ਗੁਰਦੁਆਰੇ ਜਾਂਦੇ ਨੂੰ, ਆਣ ਕੇ ਮਾਂ ਦੇ ਨਾਲ ਤੂੰ ਰੋਜ਼ ਲੜਦਾ। ਚੇਂਜ ਕਿਉਂ ਨਹੀਂ ਆਉਂਦਾ ਜ਼ਿੰਦਗੀ 'ਚ? ਚੇਂਜ ਉਹਨਾਂ ਦੀ ਜ਼ਿੰਦਗੀ 'ਚ ਆਉਂਦਾ ਹੈ ਜਿਹੜੇ ਯਕੀਨ ਲਿਆਉਂਦੇ, ਸੁਣਨ ਤੋਂ ਬਾਅਦ 100% ਵਿਸ਼ਵਾਸ ਲੈ ਆਉਂਦੇ। ਤੇ ਉਹ ਵਿਸ਼ਵਾਸ ਕੀ ਲਿਆਉਣਾ? ਤਾਂ ਮਹਾਰਾਜ ਕਹਿੰਦੇ ਪਹਿਲਾ ਮਰਨ ਕਬੂਲ। ਰੱਬ ਨੂੰ ਨਾ ਮੰਨ, ਰੱਬ ਤੋਂ ਪਹਿਲਾਂ ਮੌਤ ਨੂੰ ਮੰਨਦਾ ਤੂੰ? ਜੇ ਤੂੰ ਮੌਤ ਨੂੰ ਮੰਨ ਲਿਆ ਤੇ ਫਿਰ ਤੂੰ ਕਦੀ ਪਾਠ ਵਿੱਚ ਨਾਗਾ ਨਹੀਂ ਪਾਵੇਂਗਾ, ਕਦੀ ਤੂੰ ਗਲਤ ਕੰਮ ਨਹੀਂ ਕਰੇਗਾ। ਇਸੇ ਕਰਕੇ ਗੁਰਬਾਣੀ ਕਹਿੰਦੀ ਰੱਬ ਤੋਂ ਮੰਨਣ ਨੂੰ ਪਹਿਲਾਂ ਤੂੰ ਇੱਕ ਹੋਰ ਚੀਜ਼ ਮੰਨ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ। ਹੁਣ ਕਿਸੇ ਬੰਦੇ ਨੂੰ ਫਾਂਸੀ ਲਾਇਆ ਜਾਵੇ, ਉਹਨੂੰ ਕਹੋ ਤੂੰ ਕੁਝ ਖਾਣ ਨੂੰ ਜੀ ਕਰਦਾ, ਉਹ ਕਹਿੰਦਾ ਨਹੀਂ। ਕੁਝ ਦੇਖਣ ਨੂੰ ਜੀ ਕਰਦਾ, ਨਹੀਂ। ਤਾਂ ਅਸੀਂ ਸੁਣਦੇ ਵੀ ਹਾਂ, ਮੰਨਦੇ ਸਮਝਦੇ ਵੀ ਹਾਂ, ਪਰ ਅਸੀਂ ਵਿਸ਼ਵਾਸ ਨਹੀਂ ਲਿਆਉਂਦੇ ਸੁਣੀ ਹੋਈ ਚੀਜ਼ ਤੇ। ਜਿਹਨੇ ਵਿਸ਼ਵਾਸ ਲੈ ਆਂਦਾ ਉਹਨੂੰ ਫਿਰ ਰੰਗ ਜਿਹੜਾ ਨਾ ਉਹ ਚੜ ਜਾਂਦਾ ਹੈ। ਤਾਂ ਗਰੀਬ ਨਵਾਜ਼ ਕਹਿੰਦੇ ਪਹਿਲਾਂ ਸੁਣੋ ਫਿਰ ਮੰਨੋ, ਫਿਰ ਉਹਦੀ ਕਮਾਈ ਕਰੇ। ਮਨ ਕੀਤਾ ਭਾਓ, ਉੱਤੇ ਭਾਵ ਲਿਆਵੇ, ਸ਼ਰਧਾ ਲਿਆਵੇ। ਫਿਰ ਕੀ ਹੁੰਦਾ ਹੈ, ਉਹਦੇ ਅੰਦਰ ਹੀ ਉਹਨੂੰ ਗਤ ਮੈਨੇ ਪ੍ਰਾਪਤੀ ਹੋ ਜਾਂਦੀ ਹੈ ਤੀਰਥ ਦੀ, ਜਿਹੜਾ ਵਾਹਿਗੁਰੂ ਤੀਰਥ ਸਰੀਰ ਦੇ ਵਿੱਚ ਬੈਠਾ ਹੈ। ਤੇ ਫਿਰ ਮਲ ਮਲ ਕੇ ਨਹਾਉਂਦਾ ਹੈ, ਭਾਵ ਉਹਦੇ ਰਸ ਨੂੰ ਵਿਚਾਰ ਕੇ ਪ੍ਰਾਪਤ ਕਰਦਾ ਹੈ। ਇਸੇ ਕਰਕੇ ਗੁਰਬਾਣੀ ਕਹਿੰਦੀ ਨਾ ਕਿ ਇੱਕ ਅਸਮਾਨ ਦੇ ਵਿੱਚ ਨਦੀ ਲੰਘਦੀ ਆ, ਉਹਦੇ ਵਿੱਚ ਨਹਾਇਆ ਕਰ। ਹੁਣ ਤੁਸੀਂ ਕਹੋਗੇ ਵੀ ਅਸਮਾਨ 'ਚ ਕਿਹੜਾ ਦਰਿਆ? ਗੁਰਬਾਣੀ ਕਹਿੰਦੀ ਹੈਗਾ ਵਾ। ਜੇ ਤੈਨੂੰ ਨਹੀਂ ਦਿਖਦਾ ਤੇ ਕੀ ਕਰੀਏ? ਅਸਮਾਨ ਮਿਆਨੇ ਲਹੰਗ ਦਰਿਆ, ਗੁਸਲ ਕਰਦਨ ਬੂਦ। ਉਹਦੇ ਵਿੱਚ ਇਸ਼ਨਾਨ ਕਰ, ਜਿਹੜਾ ਅਸਮਾਨ ਦੇ ਵਿੱਚ ਦਰਿਆ ਵਗਦਾ ਪਿਆ ਹੈ, ਤੀਰਥ ਹੈ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਤਾਂ ਸਿੱਧਾ ਨੇ ਆਖਿਆ ਗਰੀਬ ਨਵਾਜ਼ ਇਹ ਕੰਮ ਬਹੁਤ ਔਖਾ ਹੈ। ਅੰਦਰ ਦੀ ਯਾਤਰਾ ਬਹੁਤ ਔਖੀ ਹੈ, ਬਾਹਰ ਦੀ ਤੇ ਬੜੀ ਸੌਖੀ ਹੈ। ਗੁਰਦੁਆਰੇ ਜਾਣ ਦਾ ਭਾਵ, ਧਾਰਮਿਕ ਜਗ੍ਹਾ ਤੇ ਜਾਣ ਦਾ ਭਾਵ ਕੀ ਹੁੰਦਾ ਹੈ? ਗੁਰਦੁਆਰਾ ਕੀ ਇੱਕ ਮਕਾਨ, ਮੰਦਰ, ਉਹਦੇ ਵਿੱਚ ਕੌਣ ਹੈ? ਰੱਬ। ਉਹਦਾ ਭਾਵ ਇਹ ਹੁੰਦਾ ਵੀ ਤੂੰ ਆਪਣੇ ਸਰੀਰ ਰੂਪੀ ਮੰਦਰ ਦੇ ਅੰਦਰ ਜਾ ਤੇ ਉਸ ਪਰਮੇਸ਼ਰ ਦੀ ਪ੍ਰਾਪਤੀ ਕਰ। ਜਿਵੇਂ ਗੁਰਬਾਣੀ ਕਹਿੰਦੀ ਨਾ, ਕੱਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚਲੇ ਮਨ ਭਇਓ ਭੰਗ। ਮਨ ਮੇਰਾ ਪਿੰਗਲਾ ਹੋ ਗਿਆ, ਹੁਣ ਤੁਰਦਾ ਨਹੀਂ ਕਿਸੇ ਪਾਸੇ। ਜਿਵੇਂ ਕਿਸੇ ਮਹਾਂਪੁਰਸ਼ ਨੂੰ ਕਿਸੇ ਨੇ ਆਖਿਆ ਨਾ ਫਲਾਨੀ ਜਗ੍ਹਾ ਤੇ ਮੱਥਾ ਟੇਕਿਆ, ਉਹਨੇ ਅੱਗੇ ਕੀ ਜਵਾਬ ਦਿੱਤਾ ਸੀ ਕਿ ਗੁਰੂ ਜਿਹੜਾ ਹੈ ਉਹ ਹਰ ਥਾਂ ਤੇ ਹਾਜ਼ਰ ਹੈ, ਕਿ ਜ਼ਾਹਰ ਜ਼ਹੂਰ ਹੈ, ਕਿ ਹਾਜ਼ਰ ਹਜ਼ੂਰ ਹੈ। ਤਾਂ ਇਹ ਕੰਮ ਤੇ ਬਹੁਤ ਔਖਾ ਹੈ। ਤਾਂ ਮਹਾਰਾਜ ਕਹਿੰਦੇ ਔਖੇ ਨੂੰ ਜੇ ਸੌਖਾ ਕਰਨਾ ਹੋਵੇ ਫਿਰ ਇੱਕ ਸਾਧਨ ਆ, ਉਹ ਕੀ? ਅਰਦਾਸਾਂ ਕਰ, ਬੇਨਤੀਆਂ ਕਰ ਕਿ ਹੇ ਵਾਹਿਗੁਰੂ, ਨਾਮ ਜਪਣਾ, ਸੇਵਾ ਕਰਨੀ, ਇਹ ਤੇਰੇ ਗੁਣ ਨੇ, ਮੈਨੂੰ ਆਪਣੇ ਆਪ ਨਹੀਂ ਪ੍ਰਾਪਤ ਹੋ ਸਕਦੇ। ਜੇ ਆਪ ਕਿਰਪਾ ਕਰੋ, ਤਰਸ ਕਰੋ, ਬਖਸ਼ਿਸ਼ ਕਰੋ ਤੇ ਇਹ ਸ਼ੁਭ ਗੁਣ ਮੈਨੂੰ ਪ੍ਰਾਪਤ ਹੋਣ। ਮੈਂ ਕੀ ਹਾਂ? ਕੁਝ ਵੀ ਨਹੀਂ। ਤੇ ਬਿਨਾਂ ਇਹਨਾਂ ਸ਼ੁਭ ਗੁਣਾਂ ਤੋਂ ਤੇਰੀ ਭਗਤੀ ਨਹੀਂ ਹੋ ਸਕਦੀ। ਸ਼ੁਭ ਗੁਣ ਕੀ ਹੈ? ਵਿਸ਼ਵਾਸ। ਸ਼ੁਭ ਗੁਣ ਕੀ ਹੈ? ਪ੍ਰੇਮ, ਸ਼ਰਧਾ, ਯਕੀਨ।
ਇਹਨਾਂ ਤੋਂ ਬਿਨਾਂ ਤੇਰੀ ਭਗਤੀ ਨਹੀਂ ਹੋ ਸਕਦੀ। ਆਪ ਕਿਰਪਾ ਕਰਕੇ ਮੈਨੂੰ ਇਹ ਸ਼ੁਭ ਗੁਣ ਦਿਓ। ਅਗਲਾ ਸਵਾਲ ਬੜਾ ਡੂੰਘਾ ਹੈ। ਸਿੱਧਾ ਨੇ ਆਖਿਆ, ਗਰੀਬ ਨਵਾਜ, ਇਹ ਦੁਨੀਆ ਕਿਸ ਤਰ੍ਹਾਂ ਬਣੀ ਆ? ਸੰਸਾਰ ਕਿਸ ਤਰ੍ਹਾਂ ਬਣਿਆ? ਹਰ ਰਿਸ਼ੀ ਮੁਨੀ ਨੇ ਕਲਪਨਾ ਕੀਤੀ ਹੈ। ਸਾਂਖ ਮਤ ਕਹਿੰਦਾ ਪ੍ਰਧਾਨ ਤੋਂ ਬਣਿਆ, ਨਿਆਇਕ ਮਤ ਕਹਿੰਦਾ ਹੈ ਪ੍ਰਮਾਣੂਆਂ ਤੋਂ ਬਣਿਆ, ਮੀਮਾਂਸਕ ਕਹਿੰਦੇ ਨੇ ਕਰਮ ਤੋਂ ਬਣਿਆ। ਚਾਰ ਵਾਕ ਜਿਹੜੇ ਚਾਰ ਤੱਤਾਂ ਨੂੰ ਮੰਨਦੇ, ਪੰਜਵਾਂ ਆਕਾਸ਼ ਨਹੀਂ ਮੰਨਦੇ, ਪੰਜ ਤੱਤ ਨਹੀਂ ਮੰਨਦੇ, ਉਹ ਕਹਿੰਦੇ ਜਿਵੇਂ ਘਾਹ ਤੋਂ ਘਾਹ ਪੈਦਾ ਹੁੰਦਾ ਇੱਦਾਂ ਬੰਦੇ ਤੋਂ ਬੰਦਾ ਪੈਦਾ ਹੋ ਜਾਂਦਾ, ਰੱਬ ਨਹੀਂ ਹੈ। ਈਸਾਈ ਕਹਿੰਦੇ ਨੇ ਕਿ ਰੱਬ ਨੇ ਦੁਨੀਆ ਬਣਾਈ ਹੈ ਤੇ ਫਿਰ ਐਤਵਾਰ ਵਾਲੇ ਦਿਨ ਉਹਨੇ ਆਰਾਮ ਕੀਤਾ ਹੈ। ਇਸ ਕਰਕੇ ਐਤਵਾਰ ਦੀ ਛੁੱਟੀ, ਇੱਥੇ ਅੰਗਰੇਜ਼ਾਂ ਦਾ ਰਾਜ ਰਿਹਾ, ਇਸ ਕਰਕੇ ਐਤਵਾਰ ਦੀ ਛੁੱਟੀ ਹੈ। ਬਾਈਬਲ ਦੇ ਅਨੁਸਾਰ ਉਹਨਾਂ ਨੇ ਆਪਣਾ ਦਿਨ ਰੱਖਿਆ ਹੈ। ਕੋਈ ਕਿਸ ਤਰ੍ਹਾਂ ਮੰਨਦਾ, ਕੋਈ ਕਿਸ ਤਰ੍ਹਾਂ ਮੰਨਦਾ ਹੈ, ਆਪ ਕਿਸ ਤਰ੍ਹਾਂ ਮੰਨਦੇ ਹੋ? ਬੜਾ ਡੂੰਘਾ ਸਵਾਲ ਸੀ ਜੀ। ਤਾਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜਵਾਬ ਦਿੰਦੇ ਨੇ, ਸਵਸਤ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ। ਸਵਸਤ ਕਲਿਆਣ ਸਰੂਪ ਜਿਹੜਾ ਪਰਮੇਸ਼ਰ ਹੈ। ਆਥ ਦਾ ਅਰਥ ਹੁੰਦਾ ਹੈ ਕਲਿਆਣ ਰੂਪ ਜਿਹੜਾ ਪਰਮੇਸ਼ਰ ਹੈ, ਉਹਦੀ ਬਾਣੀ ਤੋਂ, ਬਰਮਾਓ ਉਚਾਰਨ ਤੋਂ, ਕਥਨ ਤੋਂ ਇਹ ਸੰਸਾਰ ਪੈਦਾ ਹੋਇਆ। ਉਹਨੇ ਇੱਕ ਸ਼ਬਦ ਉਚਾਰਿਆ, ਉਹਨੇ ਇੱਕ ਆਵਾਜ਼ ਪੈਦਾ ਕੀਤੀ, ਨਾਦ ਪੈਦਾ ਕੀਤਾ, ਉਹਦੇ ਤੋਂ ਇਹ ਸੰਸਾਰ ਪੈਦਾ ਹੋ ਗਿਆ। ਇਹ ਪੱਖ ਜਿਹੜਾ ਹੈ ਇਹਨੂੰ ਸਾਇੰਸ ਵੀ ਮੰਨਦੀ ਹੈ, ਜਿਹਨੂੰ ਬਿਗ ਬੈਂਗ ਥਿਊਰੀ ਕਹਿੰਦੇ ਨੇ। ਵੀ ਇੱਕ ਬੜਾ ਵੱਡਾ ਧਮਾਕਾ ਹੋਇਆ, ਆਵਾਜ਼ ਹੋਈ ਤੇ ਸੰਸਾਰ ਪੈਦਾ ਹੋ ਗਿਆ। ਪਰ ਝਗੜਾ ਕਿੱਥੇ ਹੈ? ਅਸੀਂ ਕਹਿੰਦੇ ਹਾਂ ਉਹ ਵਾਹਿਗੁਰੂ ਦੀ ਆਵਾਜ਼, ਉਹ ਕਹਿੰਦੇ ਨਹੀਂ ਆਪਣੇ ਆਪ। ਤੇ ਜਿਹੜੇ ਚੰਗੇ ਵਿਦਵਾਨ ਨੇ ਨਾ, ਸਾਇੰਸ ਦੇ ਵਿੱਚ ਇਹੋ ਜਿਹੇ ਵਿਦਵਾਨ ਵੀ ਨੇ ਜਿਹੜੇ ਰੱਬ ਨੂੰ ਮੰਨਦੇ ਨੇ, ਉਹ ਫਿਰ ਇਹਨੂੰ ਖੰਡਨ ਕਰਦੇ। ਉਹ ਕਹਿੰਦੇ ਐਕਸ਼ਨ ਤੋਂ ਬਿਨਾਂ ਰਿਐਕਸ਼ਨ ਨਹੀਂ ਹੁੰਦਾ। ਪਿੱਛੇ ਕੋਈ ਸੀ ਜਿਹਦੇ ਕਰਕੇ ਧਮਾਕਾ ਹੋਇਆ, ਠੀਕ ਹੈ, ਉਹ ਪਕੜ 'ਚ ਨਹੀਂ ਆਉਂਦਾ, ਵੱਖਰੀ ਗੱਲ। ਇਹ ਵੀ ਨਾਲ ਹੀ ਹੈ ਸਾਇੰਸ 'ਚ। ਜੇ ਕੋਈ ਰੱਬ ਨੂੰ ਖੰਡਨ ਕਰੇ ਨਾ, ਐਕਸ਼ਨ ਤੋਂ ਬਿਨਾਂ ਕਦੀ ਰਿਐਕਸ਼ਨ ਨਹੀਂ ਹੁੰਦਾ। ਤੇ ਐਕਸ਼ਨ ਆਪਣੇ ਆਪ ਨਹੀਂ ਹੁੰਦਾ, ਉਹਨੂੰ ਕੋਈ ਕਰਨ ਵਾਲਾ ਵਾ। ਇਸ ਤਰ੍ਹਾਂ ਉਹ ਜਵਾਬ ਦਿੰਦੇ ਨੇ। ਤਾਂ ਉਸ ਵਾਹਿਗੁਰੂ ਦੇ ਸ਼ਬਦ ਤੋਂ ਸੰਸਾਰ ਪੈਦਾ ਹੋਇਆ। ਓੰਕਾਰ ਬ੍ਰਹਮਾ ਉਤਪਤ ਓੰਕਾਰ ਕੀਆ ਜਿਨ ਚਿਤ ਓੰਕਾਰ ਸਹਿਲ ਜੁਗ ਭਏ ਓੰਕਾਰ ਵੇਦ ਨਿਰਭਏ। ਓਨਮ ਅੱਖਰ ਸੁਣੋ ਵਿਚਾਰ ਓਨਮ ਅੱਖਰ ਤ੍ਰਿਭਵਨ ਸਾਰ। ਸੁਣ ਪਾਂਡੇ ਕਿਆ ਲਿਖੋ ਜੰਜਾਲਾ। ਕਿਹੜੇ ਚੱਕਰ 'ਚ ਪੈ ਗਿਆ? ਇਹ ਰੱਬ ਹੀ ਜਾਣਦਾ ਹੈ, ਵਾਹਿਗੁਰੂ ਜਾਣਦਾ ਹੈ। ਲਿਖ ਰਾਮ ਨਾਮ ਗੁਰਮੁਖ ਗੋਪਾਲਾ। ਕਈ ਗੱਲਾਂ ਬੰਦਾ ਫਜ਼ੂਲ ਦੀ ਮਿਹਨਤ ਕਰਦਾ ਹੈ, ਜਿਹਦੇ ਵਿੱਚੋਂ ਨਿਕਲਦਾ ਕੁਝ ਨਹੀਂ। ਜਿੰਨਾ ਚਿਰ ਤੂੰ ਇਸ ਗੱਲ ਤੇ ਸਿਰ ਖਪਾਈ ਕਰਦਾ ਦੁਨੀਆ ਕਿਸ ਤਰ੍ਹਾਂ ਬਣੀ ਹੈ, ਓਨਾ ਚਿਰ ਤੂੰ ਰੱਬ ਤੇ ਲਾ, ਆਪਣੇ ਆਪ ਹੀ ਤੈਨੂੰ ਗਿਆਨ ਹੋਵੇ ਉਹਦਾ। ਤਾਂ ਸਿੱਧਾ ਨੇ ਆਖਿਆ, ਫਿਰ ਜਿਵੇਂ ਪਿਤਾ ਤੋਂ ਪੁੱਤ ਪੈਦਾ ਹੋਇਆ, ਰੱਬ ਤੋਂ ਦੁਨੀਆ ਪੈਦਾ ਹੋਈ, ਤਾਂ ਫਿਰ ਪਰਿਣਾਮੀ ਹੋ ਗਿਆ ਨਾ। ਵੀ ਪਿਤਾ ਤੋਂ ਪੁੱਤ ਪੈਦਾ ਹੋਇਆ ਤੇ ਫਿਰ ਕੀ ਹੁੰਦਾ? ਪਿਤਾ ਮਰ ਜਾਂਦਾ ਹੈ, ਪੁੱਤ ਤੋਂ ਅੱਗੇ ਫਿਰ ਪੁੱਤ ਪੈਦਾ ਹੋਊਗਾ, ਇੱਦਾਂ ਦੁਨੀਆ ਚੱਲਦੀ ਹੈ। ਤਾਂ ਮਹਾਰਾਜ ਕਹਿੰਦੇ ਨਹੀਂ, ਇੱਦਾਂ ਉਹ ਖਤਮ ਨਹੀਂ ਹੁੰਦਾ। ਉਹ ਹਮੇਸ਼ਾ ਹੀ ਕੀ ਰਹਿੰਦਾ ਹੈ? ਸਤ ਸੁਹਾਣ
ਸਦਾ ਮਨ ਚਾਓ। ਉਹ ਸੱਤ ਹਮੇਸ਼ਾ ਬਣਿਆ ਰਹਿੰਦਾ ਹੈ। ਸੁਹਾਣ, ਸੋਹਣਾ, ਚੇਤਨ ਸਰੂਪ, ਗਿਆਨ ਸਰੂਪ, ਤੇ ਉਹਦੇ ਵਿੱਚ ਸਦਾ ਮਨ ਚਾਓ ਆਨੰਦ ਰਹਿੰਦਾ ਹੈ। ਤਿੰਨ ਚੀਜ਼ਾਂ ਰੱਬ ਦੇ ਵਿੱਚ ਨੇ, ਇੱਕ ਸੱਤ, ਇੱਕ ਚਿੱਤ ਤੇ ਇੱਕ ਆਨੰਦ। ਉਹਦੇ ਵਿੱਚ ਕਿਸੇ ਤਰ੍ਹਾਂ ਦਾ ਦੁੱਖ ਨਹੀਂ। ਕਮਣ ਸੋ ਵੇਲਾ ਵਕਤ ਕਮਣ, ਕਮਣ ਥਿਤ ਕਮਣ ਵਾਰ, ਕਮਣ ਸਿਰ ਉੱਤੀ ਮਾਹੋ ਕਮਣ ਜਿਤ ਹੋਆ ਆਕਾਰ। ਤਾਂ ਸਿੱਧਾ ਨੇ ਆਖਿਆ, ਮਹਾਰਾਜ ਜੀ ਏਡੇ ਏਡੇ ਵੱਡੇ ਵਿਦਵਾਨ ਰਿਸ਼ੀ ਮੁਨੀ ਹੋਏ, ਉਹਨਾਂ ਨੂੰ ਤੇ ਪਤਾ ਹੋਊਗਾ ਦੁਨੀਆ ਕਦੋਂ ਬਣੀ ਹੈ। ਵੇਲਾ ਕਹਿੰਦੇ ਨੇ ਇੱਧਰ ਦੀ ਭਾਸ਼ਾ, ਤੇ ਵਕਤ ਕਹਿੰਦੇ ਨੇ ਮੁਸਲਮਾਨਾਂ ਦੀ ਭਾਸ਼ਾ। ਨਾ ਤੇ ਇਸ ਗੱਲ ਦਾ ਪਤਾ ਇੱਧਰ ਦੇ ਵਿਦਵਾਨਾਂ ਨੂੰ ਹੈ ਵੀ ਜਦੋਂ ਵਾਹਿਗੁਰੂ ਨੇ ਸੰਸਾਰ ਬਣਾਇਆ ਉਦੋਂ ਵੇਲਾ ਕਿਹੜਾ ਸੀ, ਨਾ ਹੀ ਉੱਧਰ ਦੇ ਵਿਦਵਾਨਾਂ ਨੂੰ ਹੈ ਵਕਤ ਕਿਹੜਾ ਸੀ, ਕਿਹੜੀ ਥਿਤ ਸੀ, ਤਰੀਕ ਸੀ, ਕਿਹੜਾ ਦਿਨ ਸੀ, ਵਾਰ ਸੀ। 6 ਰੁੱਤਾਂ ਨੇ ਕਿਹੜੀ ਰੁੱਤ ਸੀ, 12 ਮਹੀਨੇ ਨੇ ਕਿਹੜਾ ਮਹੀਨਾ ਸੀ, ਜਿਤ ਹੋਆ ਆਕਾਰ, ਜਦੋਂ ਇਹ ਸੰਸਾਰ ਬਣਿਆ। ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ, ਵਕਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ। ਜੇ ਇੱਧਰ ਹਿੰਦੁਸਤਾਨ ਦੇ ਵਿਦਵਾਨਾਂ ਨੇ ਉਹ ਟਾਈਮ ਪਾ ਲਿਆ ਹੁੰਦਾ ਤਾਂ ਉਹਨਾਂ ਪੰਡਤਾਂ ਨੇ ਪੁਰਾਣਾਂ ਦੇ ਵਿੱਚ ਲਿਖ ਦੇਣਾ ਸੀ ਵੀ ਐਸ ਤਰੀਕ ਨੂੰ, ਐਸ ਦਿਨ ਨੂੰ, ਐਸ ਰੁੱਤ ਨੂੰ, ਐਸ ਮਹੀਨੇ ਨੂੰ ਦੁਨੀਆ ਬਣੀ ਸੀ। ਜੇ ਕਾਜ਼ੀਆਂ ਨੇ ਉਹ ਟਾਈਮ ਲੱਭ ਲਿਆ ਹੁੰਦਾ ਤਾਂ ਉਹਨਾਂ ਨੇ ਕੁਰਾਨ ਦੇ ਵਿੱਚ ਲੇਖ ਲਿਖ ਦੇਣਾ ਸੀ ਕਿ ਐਸ ਟਾਈਮ, ਐਸ ਤਰੀਕ, ਐਸ ਮਹੀਨੇ, ਐਸ ਦਿਨ, ਐਸ ਰੁੱਤ ਇਹ ਦੁਨੀਆ ਬਣੀ ਹੈ। ਪਰ ਇਹ ਸਭ ਕੋਰੀਆਂ ਕਲਪਨਾ ਨੇ। ਕਿਉਂ? ਗੁਰਬਾਣੀ ਕਹਿੰਦੀ ਹੈ, ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾੜ। ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹੋ ਨਾ ਕੋਈ, ਜਾ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੈ ਸੋਈ। ਜੇ ਮਹਾਰਾਜ ਕੋਈ ਕਲਪਨਾ ਕਰ ਦਿੰਦੇ, ਜਿਵੇਂ ਬਾਈਬਲ 'ਚ ਕਰਤੀ ਵੀ ਧਰਤੀ ਚਪਟੀ ਆ, ਤੇ ਅੱਜ ਵਿਦਵਾਨਾਂ ਨੇ ਫੜ ਕੇ ਜਲੂਸ ਕੱਢਤਾ ਨਾ, ਫਿਰ ਝੂਠ ਨਹੀਂ ਬੋਲਣਾ, ਅਤ ਕਥਨੀ ਨਹੀਂ ਕਰਨੀ। ਇੱਦਾਂ ਕਹਿ ਕੇ ਤੂੰ ਰੱਬ ਤੋਂ ਵੱਡਾ ਬਣਦਾ ਵਾ ਵੀ ਰੱਬ ਨਾਲੋਂ ਜ਼ਿਆਦਾ ਪਤਾ ਤੈਨੂੰ ਪਰਮੇਸ਼ਰ ਨਾਲ। ਜਾਂ ਫਿਰ ਇੱਧਰਲੇ ਗ੍ਰੰਥਾਂ 'ਚ ਕੀ ਕਹਿ ਦਿੱਤਾ। ਹੁਣ ਦੇਖੋ, ਜੇ ਕੋਈ ਕਲਪਨਾ ਕਰੂ ਉਹ ਫਸ ਜਾਵੇਗਾ। ਕਿਵੇਂ? ਕਹਿੰਦੇ ਚੰਦ ਜਿਹੜਾ ਨਾ ਜੀ, ਉਹ ਸੂਰਜ ਨਾਲੋਂ ਵੱਡਾ ਵਾ। ਇੱਧਰ ਗ੍ਰੰਥਾਂ 'ਚ ਪੁਰਾਣਾ 'ਚ ਇਹ ਲਿਖਤਾ, ਕੋਰੀ ਕਲਪਨਾ ਹੋ ਗਈ ਨਾ। ਤੇ ਅੱਜ ਜਦੋਂ ਟੈਲੀਸਕੋਪ ਬਣ ਗਏ, ਸਭ ਕੁਝ ਸਿੱਧ ਹੋ ਗਿਆ, ਤੇ ਪੁਰਾਣਾ ਦੇ ਵਿੱਚ ਇਹ ਜਿਹੜੀਆਂ ਗੱਲਾਂ ਸੀ ਉਹ ਝੂਠੀਆਂ ਸਾਬਤ ਹੋ ਗਈਆਂ। ਇਸ ਕਰਕੇ ਕਿਉਂ ਕਲਪਨਾ ਕਰਦੇ ਹੋ? ਸਿੱਧੀ ਸਿੱਧੀ ਗੱਲ ਕਹੋ, ਉਹ ਵਾਹਿਗੁਰੂ ਬੇਅੰਤ ਆ ਤੇ ਉਹਦੀ ਰਚਨਾ ਵੀ ਬੇਅੰਤ ਆ। ਕੋਈ ਇਸ ਗੱਲ ਦਾ ਅੰਤ ਨਹੀਂ ਪਾ ਸਕਦਾ। ਤਾਂ ਮਹਾਰਾਜ ਕਹਿੰਦੇ, ਜਿਹੜੇ ਵਾਹਿਗੁਰੂ ਨੇ ਇਹ ਸੰਸਾਰ ਪੈਦਾ ਕੀਤਾ, ਉਹ ਹੀ ਜਾਣਦਾ ਹੈ ਕਿ ਉਹਨੇ ਇਹ ਦੁਨੀਆ ਕਿਸ ਤਰ੍ਹਾਂ ਬਣਾਈ। ਹੋਰ ਕੋਈ ਉਹਦਾ ਅੰਤ ਨਹੀਂ ਪਾ ਸਕਦਾ ਹੈ। ਭਾਵੇਂ ਉਹ ਇਸ ਦੇਸ਼ ਦੇ ਵਿਦਵਾਨ ਨੇ, ਭਾਵੇਂ ਮੁਸਲਮਾਨਾਂ ਦੇ ਵਿਦਵਾਨ ਨੇ, ਤੇ ਭਾਵੇਂ ਉਹ ਜੋਗੀ ਨੇ, ਗੋਰਖ ਵਰਗੇ, ਉਹ ਵੀ ਨਹੀਂ ਦੱਸ ਸਕਦੇ ਵੀ ਰੁੱਤ ਕਿਹੜੀ ਸੀ, ਮਹੀਨਾ ਕਿਹੜਾ ਸੀ। ਜਾ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੈ ਸੋਈ। ਕਿਵ ਕਰ ਆਖਾਂ ਕਿਵ ਸਾ ਲਾਹੀ, ਕਿਉਂ ਵਰਨੀ ਕਿਵ ਜਾਣਾ। ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ।
ਸਿੱਧਾ ਨੇ ਆਖਿਆ ਫਿਰ ਤੁਸੀਂ ਕਹੋ, ਤੁਸੀਂ ਤੇ ਦੱਸੋ ਨਾ। ਫਿਰ ਤਾਂ ਮਹਾਰਾਜ ਕਹਿੰਦੇ ਕੋਈ ਕਿਵੇਂ ਆਖ ਸਕਦਾ ਕਿ ਵਾਹਿਗੁਰੂ ਨੇ ਦੁਨੀਆ ਕਿੱਦਾਂ ਪੈਦਾ ਕੀਤੀ? ਕੋਈ ਕਿਵੇਂ ਇਹ ਸਲਾਹ ਕਰ ਸਕਦਾ, ਸਿਫਤ ਕਰ ਸਕਦਾ ਉਹ ਦੁਨੀਆ ਨੂੰ ਕਿਸ ਤਰ੍ਹਾਂ ਪਾਲਦਾ ਹੈ? ਤੇ ਕੋਈ ਕਿਵੇਂ ਵਰਣਨ ਕਰ ਸਕਦਾ ਕਿ ਉਹ ਕਿਵੇਂ ਸੰਸਾਰ ਦੀ ਲੈਤਾ ਕਰਦਾ ਹੈ? ਪੁਰਾਣੇ ਪੱਤੇ ਝੜ ਜਾਂਦੇ ਨੇ, ਨਵੇਂ ਆ ਜਾਂਦੇ ਨੇ, ਇਹਨੂੰ ਕੋਈ ਨਹੀਂ ਦੱਸ ਸਕਦਾ। ਪੱਥਰ 'ਚ ਕੀੜੇ ਨੇ, ਉੱਥੇ ਕਿੱਦਾਂ ਰੋਟੀ ਪਹੁੰਚਾਉਂਦਾ ਹੈ, ਇਹ ਉਹ ਹੀ ਜਾਣਦਾ ਹੈ, ਇਹਨੂੰ ਕੋਈ ਕਥਨ ਨਹੀਂ ਕਰ ਸਕਦਾ। ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਜਿਹੜੇ ਆਪਣੇ ਆਪ ਨੂੰ ਬੜੇ ਵੱਡੇ ਸਿਆਣੇ ਸਮਝਦੇ ਨਾ, ਵੀ ਜਿਹੜੀ ਗੱਲ ਪਿੱਛੇ ਮਹਾਰਾਜ ਤੋਂ ਨਹੀਂ ਹੋਈ ਉਹ ਅਸੀਂ ਹੁਣ ਕਰਕੇ ਦੱਸਾਂਗੇ, ਉਹ ਵਿਆਖਿਆ ਅਸੀਂ ਕਰਾਂਗੇ, ਜਿਹੜੀ ਗੱਲ ਕਿਸੇ ਮਹਾਂਪੁਰਸ਼ ਤੋਂ ਨਹੀਂ ਹੋਈ, ਸੰਤ ਤੋਂ ਨਹੀਂ ਹੋਈ, ਇੱਦਾਂ ਕਹਿਣ ਵਾਲੇ ਆਖਣ ਵਾਲੇ ਬੜੇ ਨੇ। ਪਰ ਉਸ ਵਾਹਿਗੁਰੂ ਦਾ ਕੋਈ ਵੀ ਅੰਤ ਨਹੀਂ ਪਾ ਸਕਦਾ, ਭਾਵੇਂ ਆਪਣੇ ਆਪ ਨੂੰ ਜਿੰਨਾ ਮਰਜ਼ੀ ਕੋਈ ਸਿਆਣਾ ਸਮਝੇ। ਉਹ ਬੇਅੰਤ ਹੈ ਤੇ ਬੇਅੰਤ ਹੀ ਉਹ ਰਵੇਗਾ। ਇਹ ਸੂਖਮ ਜੀ ਬੁੱਧੀ ਵਾਲਾ, ਛੋਟੀ ਜੀ ਬੁੱਧੀ ਵਾਲਾ ਮਨੁੱਖ ਉਸ ਵਾਹਿਗੁਰੂ ਦਾ ਅੰਤ ਕਿਵੇਂ ਪਾਵੇਗਾ? ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ, ਨਾਨਕ ਜੀ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋ ਹੈ। ਉਹ ਬੜਾ ਵੱਡਾ ਮਾਲਕ ਹੈ, ਉਹਦੀ ਵਡਿਆਈ ਵੀ ਬਹੁਤ ਵੱਡੀ। ਇੱਥੇ ਨਾਈ ਦਾ ਭਾਵ ਵਡਿਆਈ ਬੜੀ ਵੱਡੀ ਹੈ। ਸਿਰਫ ਇੰਨਾ ਕੁ ਜਾਣੋ, ਇਹ ਸੰਸਾਰ ਉਸ ਵਾਹਿਗੁਰੂ ਦਾ ਕੀਤਾ ਹੈ। ਜੋ ਉਹ ਚਾਹੁੰਦਾ ਹੈ ਉਹ ਹੁੰਦਾ ਹੈ। ਜੇ ਕੋਈ ਸੱਜਣ ਆਪਣੇ ਆਪ ਨੂੰ ਰੱਬ ਨਾਲੋਂ ਵੀ ਵੱਧ ਸਿਆਣਾ ਸਮਝਦਾ ਹੈ ਨਾ, ਤਾਂ ਉਹ ਫਿਰ ਅੱਗੇ ਜਦੋਂ ਪਰਲੋਕ ਦੇ ਵਿੱਚ ਜਾਂਦਾ ਹੈ ਤਾਂ ਉੱਥੇ ਉਹ ਸ਼ੋਭਦਾ ਨਹੀਂ, ਉਹਨੂੰ ਸਤਿਕਾਰ ਪ੍ਰਾਪਤ ਨਹੀਂ ਹੁੰਦਾ। ਜਾਂ ਅੱਗੇ ਜਿਹੜਾ ਹੰਕਾਰੀ ਬੰਦਾ ਹੈ, ਜੇ ਉਹ ਆਪਣੇ ਆਪ ਦੀ ਹਉਮੈ ਵਿੱਚ ਹੈ ਕਿ ਮੈਨੂੰ ਬੜਾ ਗਿਆਨ ਹੈ, ਮੈਨੂੰ ਬੜੀ ਜਾਣਕਾਰੀ ਹੈ, ਤਾਂ ਉਹ ਸਤ ਸੰਗ ਦੇ ਵਿੱਚ ਜਾ ਕੇ ਸ਼ੋਭਦਾ ਨਹੀਂ। ਹੰਕਾਰੀ ਬੰਦੇ ਸੰਗਤ ਵਿੱਚ ਬੈਠੇ ਹੋਏ ਸ਼ੋਭਦੇ ਨਹੀਂ, ਫੱਬਦੇ ਨਹੀਂ। ਇੱਥੇ ਤੇ ਇਹੀ ਕਹਿਣਾ ਬਣਦਾ ਹੈ, ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜੀ ਰਾਮ। ਇੱਥੇ ਤੇ ਮਹਾਰਾਜ ਬਸ ਇਹੀ ਕਹਿੰਦੇ ਨੇ, ਇਹ ਨਿਮਰਤਾ ਰੱਖੇ, ਭਾਵ ਰੱਖੇ। ਬਾਕੀ ਉਸ ਵਾਹਿਗੁਰੂ ਦਾ ਤੇ ਉਸ ਵਾਹਿਗੁਰੂ ਦੀ ਰਚਨਾ ਦਾ ਕਿਸੇ ਕੋਲੋਂ ਵੀ ਅੰਤ ਨਹੀਂ ਪਾਇਆ ਗਿਆ। ਅੰਤ ਨਾ ਪਾਵਤ ਦੇਵ ਸਭੈ ਮੁਨ, ਇੰਦਰ ਮਹਾ ਸਿਵ ਜੋਗ ਕਰੀ। ਫੁਨ ਵੇਦ ਬਿਰੰਚ ਵਿਚਾਰ ਰਹਿਓ, ਜਾਪ ਨ ਹਰ ਜਾਪ ਨਾ ਛਾਡਿਓ ਏਕ ਘਰੀ। ਸੋ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਆਪ ਸਾਰੀਆਂ ਸੰਗਤਾਂ ਦਾ ਧੰਨਵਾਦ, ਪ੍ਰਬੰਧਕ ਕਮੇਟੀ ਦਾ ਧੰਨਵਾਦ, ਸਿੰਘ ਸਾਹਿਬ ਜੀ ਦਾ ਵਿਸ਼ੇਸ਼ ਕਰਕੇ ਧੰਨਵਾਦ। ਲੇਖੈ ਕਤੇ ਨਾ ਛੁਟੀਐ, ਖਿਨ ਖਿਨ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ, ਨਾਨਕ ਜੀ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ